ਜਿਹੜੇ ਬਦਲਾਅ ਦੀਆਂ ਗੱਲਾਂ ਕਰਕੇ ਸਰਕਾਰ ਲੈ ਕੇ ਆਏ ਨੇ ਇੱਥੇ ਇਨਕਲਾਬ ਦੀਆਂ ਗੱਲਾਂ ਕਰਕੇ ਇਹਨਾਂ ਨੇ ਲੋਕਾਂ ਨੂੰ ਫਾਂਸੀ ਦਾ ਡੰਗ ਦਿੱਤਾ। ਫਾਂਸੀ ਵੀ ਉਹ ਜਿਹੜੀ ਬਿਨਾਂ ਰੱਸੇ ਤੋਂ ਆ। ਔਰ ਸਰਕਾਰ ਦਾ ਵੀ ਇਹਦੇ ਵਿੱਚ ਕਰੋੜਾਂ ਰੁਪਏ ਦਾ ਜਿਹੜਾ ਰੋਜ਼ ਦਾ ਰੈਵਨਿਊ ਆ ਉਹਦਾ ਲਾਸ ਹੋ ਰਿਹਾ। ਪਰ ਭਗਵੰਤ ਮਾਨ ਸਰਕਾਰ ਆ ਜਿਹੜੀ ਉਹ ਸੁੱਤੀ ਪਈ ਆ। ਭਗਵੰਤ ਮਾਨ ਸਰਕਾਰ ਆਉਣ 'ਤੇ ਪਰਚੇ ਗਲਤ ਦਰਜ ਕੀਤੇ ਗਏ ਨੇ, ਉਹਨਾਂ ਨੂੰ ਵਾਪਸ ਲਿੱਤਾ ਜਾਵੇ। ਬਿਨਾਂ NOC ਤੋਂ ਰਜਿਸਟਰੀਆਂ ਕੀਤੀਆਂ ਜਾਣ ਜਾਂ ਉਹਦੇ 'ਤੇ ਕੋਈ ਬਣਦੀ ਪਾਲਿਸੀ ਬਣਾ ਕੇ ਜਿੰਨੀਆਂ ਵੀ 2022 ਤੱਕ ਆਨੰਦ-ਘਰ ਕਲੋਨੀਆਂ ਨੇ ਉਹਨਾਂ ਨੂੰ ਬਿਨਾਂ NOC ਤੋਂ ਰਜਿਸਟਰੀ ਕਰਾਉਣ ਦੀ ਇਜਾਜ਼ਤ ਦਿੱਤੀ ਜਾਵੇ। ਦੂਜੇ ਪਾਸੇ ਸਰਕਾਰ ਇਹਨਾਂ ਤੇ ਦਾਤੀ ਫੇਰ ਰਹੀ ਹੈ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਕਿਸੇ ਦੇ ਦਾਤੀ ਫੇਰਨਾ ਉਹਦੀ ਜੜ ਸੁਕਾਉਣ ਹੁੰਦਾ। ਸਾਡੀਆਂ ਮੰਗਾਂ ਪੂਰੀਆਂ ਕਰੋ, ਸਾਡੀਆਂ ਮੰਗਾਂ ਪੂਰੀਆਂ ਕਰੋ। ਸਰਕਾਰ ਮੁਰਦਾਬਾਦ, ਆਪ ਸਰਕਾਰ ਮੁਰਦਾਬਾਦ। ਮੈਂ ਸੁਖਦੀਪ ਸਿੰਘ ਸੋਨੀ SS ਪ੍ਰਾਪਰਟੀ ਹੱਬ ਮਾਛੋੜਾ ਸਾਹਿਬ ਵੱਲੋਂ ਅੱਜ ਜਿਹੜਾ ਸਾਡੇ ਗੁਰਵਿੰਦਰ ਸਿੰਘ ਲਾਂਬਾ ਜੀ ਪ੍ਰਧਾਨ ਕਲੋਨਾਈਜ਼ਰ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਹੈ ਪੰਜਾਬ ਦੇ, ਉਹਨਾਂ ਵੱਲੋਂ ਜਿਹੜੀ 8 ਤਰੀਕ ਦੀ ਕਾਲ ਸੀਗੀ ਉਹਦੇ ਉੱਤੇ ਅੱਜ ਸਾਰੀਆਂ ਤਹਿਸੀਲਾਂ ਦੇ ਵਿੱਚ ਕੰਮ ਬੰਦ ਕਰਵਾ ਕੇ ਪ੍ਰਾਪਰਟੀ ਡੀਲਰ, ਸਟਾਂਪ ਫਰੋਸ਼, ਕਲੋਨਾਈਜ਼ਰ, ਲੰਬੜਦਾਰ ਭਾਈਚਾਰਾ ਤੇ ਅਰਜੀ ਨਿਵੇਸ਼ ਸਾਰੇ ਇਕੱਠੇ ਹੋਏ ਆ। ਅਸੀਂ ਸਵੇਰ ਦੇ ਇੱਥੇ 9 ਵਜੇ ਤੋਂ ਤਹਿਸੀਲ ਮਾਛੋੜਾ ਸਾਹਿਬ ਵਿਖੇ ਬੈਠ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ। ਆਪਣੀਆਂ ਮੰਗਾਂ ਅਸੀਂ ਤਹਿਸੀਲਦਾਰ ਸਾਹਿਬ ਨੂੰ ਤੇ SDM ਸਾਹਿਬ ਨੂੰ ਦੇਵਾਂਗੇ, ਜਿਹਦੇ ਵਿੱਚ ਇਹਨਾਂ ਨੇ NOC ਦਾ ਜਿਹੜਾ ਇਹ ਰੌਲਾ ਰੱਪਾ ਪਾ ਕੇ ਸਾਰੀ ਪਬਲਿਕ ਨੂੰ ਹਰਾਸ ਕੀਤਾ ਹੋਇਆ। ਸਾਰਾ ਕਾਰੋਬਾਰੀ ਪ੍ਰਾਪਰਟੀ ਨਾਲ ਜੋ ਸੰਬੰਧ ਨੇ ਉਹ ਪਰੇਸ਼ਾਨ ਨੇ ਔਰ ਸਰਕਾਰ ਦਾ ਵੀ ਇਹਦੇ ਵਿੱਚ ਕਰੋੜਾਂ ਰੁਪਏ ਦਾ ਜਿਹੜਾ ਰੋਜ਼ ਦਾ ਰੈਵਨਿਊ ਆ ਉਹਦਾ ਲਾਸ ਹੋ ਰਿਹਾ। ਪਰ ਭਗਵੰਤ ਮਾਨ ਸਰਕਾਰ ਆ ਜਿਹੜੀ ਉਹ ਸੁੱਤੀ ਪਈ ਆ। ਇਹਨਾਂ ਦੇ ਲੀਡਰ ਸੁੱਤੇ ਪਏ ਆ, ਇਹਨਾਂ ਨੂੰ ਨੌਲੇਜ ਨਹੀਂ। NOC ਦਾ ਇਹ ਰੇੜਕਾ ਪਾ ਕੇ NOC ਖੋਲ੍ਹਣ, ਬਿਨਾਂ NOC ਤੋਂ ਰਜਿਸਟਰੀਆਂ ਕੀਤੀਆਂ ਜਾਣ ਜਾਂ ਉਹਦੇ 'ਤੇ ਕੋਈ ਬਣਦੀ ਪਾਲਿਸੀ ਬਣਾ ਕੇ ਜਿੰਨੀਆਂ ਵੀ 2022 ਤੱਕ ਆਨੰਦ-ਘਰ ਕਲੋਨੀਆਂ ਨੇ ਉਹਨਾਂ ਨੂੰ ਬਿਨਾਂ NOC ਤੋਂ ਰਜਿਸਟਰੀ ਕਰਾਉਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਜਿਹੜੇ ਕਲੋਨਾਈਜ਼ਰ ਤੇ ਭਗਵੰਤ ਮਾਨ ਸਰਕਾਰ ਆਉਣ 'ਤੇ ਪਰਚੇ ਗਲਤ ਦਰਜ ਕੀਤੇ ਗਏ ਨੇ ਉਹਨਾਂ ਨੂੰ ਵਾਪਸ ਲਿੱਤਾ ਜਾਵੇ। ਸੋ ਮੇਰੀ ਇਹੀ ਸਾਰੀ ਸਰਕਾਰ ਨੂੰ ਅਪੀਲ ਹੈ ਕਿ ਜੇ ਤੁਸੀਂ ਇਹਦਾ ਜਲਦ ਫੈਸਲਾ ਨਾ ਲਿਆ, ਅਸੀਂ ਸਾਰੀਆਂ ਐਸੋਸੀਏਸ਼ਨਾਂ ਇਕੱਠੀਆਂ ਹੋ ਕੇ ਇਹਨੂੰ ਵੱਡੇ ਪੱਧਰ 'ਤੇ ਪੰਜਾਬ ਲੈਵਲ 'ਤੇ ਜਿਵੇਂ ਅੱਜ ਵੱਡੇ ਪੱਧਰ 'ਤੇ ਇੱਕ ਰੋਸ ਮੁਜ਼ਾਹਰੇ ਹੋ ਰਹੇ ਨੇ ਔਰ ਧਰਨੇ ਲਾਏ ਜਾ ਰਹੇ ਨੇ, ਤਹਿਸੀਲਾਂ ਦੇ ਵਿੱਚ ਕੰਮ ਬੰਦ ਕਰਾਏ ਜਾਣੇ, ਇਹ ਪ੍ਰਤੀ ਦਿਨ ਕੀਤਾ ਜਾਊਗਾ। ਇਹਦੇ ਵਿੱਚ ਲੋਕਾਂ ਨੂੰ ਵੀ ਪਰੇਸ਼ਾਨੀ ਆਊਗੀ, ਸਰਕਾਰ ਨੂੰ ਵੀ ਆਊਗੀ। ਸੋ ਅਸੀਂ ਕਹਿੰਦੇ ਹਾਂ ਕਿ ਜਲਦ ਤੋਂ ਜਲਦ ਇਹ ਜਿਹੜਾ ਸਾਰਾ ਕਾਰੋਬਾਰ ਆ ਇਹ ਚਲਾਉਣਾ ਚਾਹੀਦਾ, ਕਿਉਂਕਿ ਲੋਕਾਂ ਨੇ ਕਿਸੇ ਨੇ ਵਿਆਹ ਕਰਨੇ ਆ, ਪਲਾਟ ਵੇਚ ਕੇ, ਕੋਠੀ ਵੇਚ ਕੇ, ਕਿਸੇ ਨੇ ਆਪਣਾ ਬੱਚੇ ਦੀ ਫੀਸ ਭਰਨੀ ਆ। ਉਹ ਗਰੀਬ ਲੋਕ ਆ ਜਿਹੜੇ ਉਹ ਸਾਰੇ ਤੰਗ ਹੋਏ ਪਏ ਆ। ਸੋ ਮੇਰੀ ਸਰਕਾਰ ਨੂੰ ਅਪੀਲ ਵੀ ਆ, ਬੇਨਤੀ ਵੀ ਆ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਇਹਨਾਂ ਨੂੰ ਜਲਦ ਤੋਂ ਜਲਦ ਮੰਨਿਆ ਜਾਵੇ। ਜਦ ਆ ਕੇ ਉਰੇ ਦੇਖਿਆ ਵੀ ਇਹਨਾਂ ਦੀਆਂ ਮੰਗਾਂ ਜਿਹੜੀਆਂ ਬਿਲਕੁਲ ਇਹ ਜਾਇਜ਼ ਨੇ ਮੰਗਾਂ। ਇਹਨਾਂ ਨੇ ਆਪਣੀ ਜਿਹੜੀ ਰੋਜ਼ੀ ਰੋਟੀ ਚਲਾਈ ਹੈ। ਇੱਕ ਪਾਸੇ ਤਾਂ ਸਰਕਾਰ ਡੀਲਰੀ ਦਾ ਕੰਮ ਕਰਨ ਵਾਸਤੇ ਲਾਇਸੈਂਸ ਇਸ਼ੂ ਕਰਦੀ ਹੈ, ਦੂਜੇ ਪਾਸੇ ਸਰਕਾਰ ਇਹਨਾਂ ਤੇ ਦਾਤੀ ਫੇਰ ਰਹੀ ਹੈ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਕਿਸੇ ਦੇ ਦਾਤੀ ਫੇਰਨਾ ਉਹਦੀ ਜੜ ਸੁਕਾਉਣ ਹੁੰਦਾ। ਜਾਂ ਤਾਂ ਲਾਇਸੈਂਸ ਇਹਨਾਂ ਦੇਣ, ਇਹ ਕਾਰੋਬਾਰ ਨੂੰ ਬੰਦ ਕਰ ਦੇਣ। ਆਪਣੀ ਤਾਂ ਤਿਜੋਰੀਆਂ ਭਰ ਰਹੇ ਨੇ ਲੋਕਾਂ ਦੇ ਉੱਤੇ ਡਾਕੇ ਮਾਰ ਮਾਰ ਕੇ, ਪਰ ਇਹਨਾਂ ਨੂੰ ਕੰਮ ਕਰਨ ਦਾ ਕੋਈ ਰਾਹ ਨਹੀਂ ਦੇ ਰਹੇ। ਕਿਸੇ ਵੀ ਹਰੇਕ ਤੋਂ ਛੋਟੇ ਪਲਾਟ ਦੀ NOC। ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ 5 ਮਰਲੇ ਦੇ ਪਲਾਟ ਫਰੀ ਨੇ, ਦੂਜੇ ਪਾਸੇ ਉਹਨੇ ਦਾ ਪਲਾਟ ਹੁੰਦਾ ਜਿੰਨੇ ਉਹਦੇ 5 ਮਰਲੇ ਪਲਾਟ ਦੇ ਉੱਤੇ NOC ਲੈਣ ਦੇ ਖਰਚਾ ਆ ਜਾਂਦਾ। ਪ੍ਰਾਪਰਟੀ ਡੀਲਰ ਵਿਚਾਰਾ ਕਿੱਧਰ ਨੂੰ ਜਾਏਗਾ? 2002 ਦੇ ਵਿੱਚ 2002 ਤੋਂ ਲੈ ਕੇ 5 ਤੱਕ ਕਾਂਗਰਸ ਦੀ ਸਰਕਾਰ ਦੇ ਵਿੱਚ ਇੱਕ ਬਿਜ਼ਨਸ ਬਹੁਤ ਵੱਡਾ ਖੜਾ ਹੋਇਆ ਸੀਗਾ, ਜਿੱਥੇ ਕਚਹਿਰੀਆਂ ਦਾ ਕਾਰੋਬਾਰ ਤੇ ਸਰਕਾਰ ਦਾ ਮਾਲੀਆ ਅੱਡੀ ਵੱਡੀ ਉਹਦੇ ਵਿੱਚ ਇਕੱਠਾ ਹੋ ਗਿਆ ਸੀ। ਸਰਕਾਰਾਂ ਖੁਸ਼ ਹੋਈਆਂ ਪਈਆਂ ਸੀ। 7 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ, ਉਹਨਾਂ ਨੇ ਉਦੋਂ ਤੋਂ ਇਹ ਜਿਹੜਾ ਬਿਜ਼ਨਸ ਘਟਦਾ ਅੱਜ 0 ਪੁਆਇੰਟ 'ਤੇ ਹੋ ਗਿਆ। ਜਿਹੜੇ ਬਦਲਾਅ ਦੀਆਂ ਗੱਲਾਂ ਕਰਕੇ ਸਰਕਾਰ ਲੈ ਕੇ ਆਏ ਨੇ ਇੱਥੇ ਇਨਕਲਾਬ ਦੀਆਂ ਗੱਲਾਂ ਕਰਕੇ ਇਹਨਾਂ ਨੇ ਲੋਕਾਂ ਨੂੰ ਫਾਂਸੀ ਦਾ ਡੰਗ ਦਿੱਤਾ। ਫਾਂਸੀ ਵੀ ਉਹ ਜਿਹੜੀ ਬਿਨਾਂ ਰੱਸੇ ਤੋਂ ਆ। ਇਹਨਾਂ ਨੇ ਸਾਰਾ ਜਿਹੜਾ ਪ੍ਰਾਪਰਟੀ ਦਾ ਕਾਰੋਬਾਰ ਲੋਕਾਂ ਦਾ ਖਤਮ ਕਰਤਾ। ਜਿਨ੍ਹਾਂ ਨੇ ਆਪਣੇ ਵੱਡੇ ਦਫ਼ਤਰ ਬਣਾ ਕੇ ਵਧੀਆ ਤਰੀਕੇ ਨਾਲ ਸਾਫ਼ ਸੁਥਰੀ ਲੋਕਾਂ ਨੂੰ ਪ੍ਰਾਪਰਟੀ ਲੈ ਕੇ ਦਿੰਦੇ ਸੀਗੇ ਤੇ ਜਿਹਦੇ 'ਚ ਕੋਈ ਰੌਲਾ ਰੱਪਾ ਨਹੀਂ, ਸਾਰੀ ਜ਼ਿੰਮੇਵਾਰੀ ਇਹਨਾਂ ਦੀ ਹੁੰਦੀ ਸੀ। ਇਹ ਧਰਨਾ ਅਸੀਂ ਇਸ ਲਈ ਲਾਏ ਅੱਜ ਕਿਉਂਕਿ ਸਰਕਾਰ ਵੱਲੋਂ ਜੋ ਰਜਿਸਟਰੀਆਂ ਦਾ ਕੰਮ ਆ ਉਹ NOCਆਂ ਨਹੀਂ ਮਿਲ ਰਹੀਆਂ। NOCਆਂ ਨਾ ਮਿਲਣ ਕਰਕੇ ਰਜਿਸਟਰੀਆਂ ਨਹੀਂ ਹੋ ਰਹੀਆਂ। ਪਬਲਿਕ ਹੈਰਾਨ ਹੋ ਰਹੀ ਆ। ਸਰਕਾਰ ਨੇ ਕੋਈ ਵਧੀਆ ਪਾਲਿਸੀ ਨਹੀਂ ਬਣਾਈ।
ਇਸ ਕਰਕੇ ਰਜਿਸਟਰੀਆਂ ਨਹੀਂ ਹੋ ਰਹੀਆਂ। ਤੇ ਦੂਸਰਾ ਇਹ ਆ ਵੀ ਨਾਲ ਸਾਡਾ ਧਰਨਾ ਇਸ ਲਈ ਵੀ ਆ ਕਿ ਜਿਹੜੇ ਅਸਟਾਮ ਫਰੋਸ਼ ਸੀ ਉਹਨਾਂ ਦੇ ਅਸਟਾਮ ਜਿਹੜੇ ਅੱਗੇ ਸੀਗੇ ਮੈਨੂਅਲ ਉਹ ਬੰਦ ਕਰਤੇ ਨੇ ਤੇ ਆਨਲਾਈਨ ਚਾਲੂ ਕਰਤੇ ਨੇ, ਜਿਨ੍ਹਾਂ 'ਚ ਕਾਫੀ ਜ਼ਿਆਦਾ ਟਾਈਮ ਦਾ ਨੁਕਸਾਨ ਹੋ ਰਿਹਾ। ਤੇ ਦੂਸਰੀ ਗੱਲ ਇਹ ਆ ਵੀ ਜਿਹੜੇ ਪੁਰਾਣੇ ਅਸਟਾਮ ਵੇਚੇ ਹੋਏ ਨੇ, ਜਿਨ੍ਹਾਂ 'ਤੇ ਰਜਿਸਟਰੀਆਂ ਲਿਖੀਆਂ ਪਈਆਂ ਨੇ 31 ਤਰੀਕ ਤੋਂ ਪਹਿਲਾਂ ਦੀਆਂ, ਉਹਨਾਂ ਦੀਆਂ ਰਜਿਸਟਰੀਆਂ ਵੀ ਬੰਦ ਕਰਤੀਆਂ, ਉਹ ਵੀ ਬਹੁਤ ਨੁਕਸਾਨ ਹੋ ਰਿਹਾ। ਅਗਰ ਇਸ ਤਰ੍ਹਾਂ ਹੀ ਰਿਹਾ ਤਾਂ ਜਿਹੜਾ ਇਹਦਾ ਕਲੋਨੀਆਂ ਦਾ ਕੰਮ ਜਾਂ ਪ੍ਰਾਪਰਟੀ ਦਾ ਕੰਮ ਆ ਉਹ ਬਹੁਤ ਨੁਕਸਾਨ 'ਚ ਜਾਵੇਗਾ। ਜਿੰਨੇ ਵੀ ਪ੍ਰਾਪਰਟੀ ਨਾਲ ਕੰਮ ਕਰਨ ਵਾਲੇ ਬੰਦੇ ਨੇ ਉਹ ਸਾਰੇ ਹੀ ਨੁਕਸਾਨ 'ਚ ਜਾ ਰਹੇ ਨੇ, ਉਹਨਾਂ ਦਾ ਕੰਮਕਾਰ ਠੱਪ ਹੋ ਰਿਹਾ। ਵਸੀਕਾ ਨਵੀਸ ਜਾਂ ਜਿਹੜੇ ਨਕਸ਼ਾ ਨਵੀਸ ਸਾਰਿਆਂ ਵੱਲੋਂ ਅੱਜ ਬਿਲਕੁਲ ਕੰਮ ਬੰਦ ਸਾਰਾ ਬਿਲਕੁਲ ਸਾਡੀ ਅੱਜ ਤਹਿਸੀਲ ਟੋਟਲ ਬੰਦ ਆ। ਕੋਈ ਕਦੋਂ ਤੱਕ ਬੰਦ ਰਹੂਗੀ ਇਹ? ਦੇਖੋ ਜਿੰਨਾ ਚਿਰ ਸਰਕਾਰ ਸਾਡਾ ਕੋਈ ਸੁਣਦੀ ਨਹੀਂ ਉਸ ਤਰ੍ਹਾਂ ਅਸੀਂ ਉਸ ਨੂੰ ਬੰਦ ਰੱਖਾਂਗੇ। ਅਸੀਂ ਇਹ ਸੰਘਰਸ਼ ਕਰਦੇ ਰਹਾਂਗੇ। ਕੋਈ ਵੀ ਕੰਮ ਨਹੀਂ ਕੀਤਾ ਜਾਊਗਾ ਅੱਜ ਕੋਈ ਵੀ ਕੰਮ ਨਹੀਂ ਹੋ ਰਿਹਾ, ਨਾ ਕੀਤਾ ਨਾ ਕਰਨਾ। ਤਹਿਸੀਲ ਟੋਟਲ ਬੰਦ ਆ, ਸਾਡੇ ਸਾਰੇ ਕੈਬਨ ਬੰਦ ਨੇ ਟੋਟਲ, ਕਿਸੇ ਨੇ ਕੋਈ ਕੰਮ ਕੀਤਾ ਨਹੀਂ ਨਾ ਕਰਨਾ ਹੈ। ਜੇ ਨਹੀਂ ਮੰਗਾਂ ਮੰਨੀਆਂ ਜਾਂਦੀਆਂ ਤਾਂ ਤੁਹਾਡਾ ਅਗਲਾ ਕਦਮ ਹੈ ਜਿਹੜਾ ਕੀ ਹੋਊਗਾ? ਉਹ ਅਸੀਂ ਇਸੇ ਤਰ੍ਹਾਂ ਸੰਘਰਸ਼ ਨੂੰ ਕਾਇਮ ਰੱਖਾਂਗੇ ਜੀ, ਸੰਘਰਸ਼ ਨੂੰ ਵਧਾਵਾਂਗੇ ਤਾਂ ਕਿ ਜਿਹੜਾ ਸਾਡੀ ਸਰਕਾਰ ਸੁਣੇ। ਅਸੀਂ ਸਰਕਾਰ ਨੂੰ ਇਹੀ ਅਪੀਲ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਜੋ ਇਹ ਕਲੋਨੀਆਂ ਦਾ ਕੰਮ ਆ ਉਹਨੂੰ ਰੈਗੂਲਾਈਜ਼ ਕੀਤਾ ਜਾਵੇ ਜਾਂ ਇਹਦੀ ਪਾਲਿਸੀ ਵਧੀਆ ਤਰੀਕੇ ਬਣਾਤੀ ਜਾਵੇ, ਜਿਸ ਤਰ੍ਹਾਂ ਕਿ ਤਹਿਸੀਲ ਦੇ ਵਿੱਚ ਹੀ ਰੈਗੂਲਰ ਫੀਸ ਐਟ ਏ ਟਾਈਮ ਲਈ ਜਾਵੇ ਤੇ ਰਜਿਸਟਰੀ ਕਰਤੀ ਜਾਵੇ। ਧਰਨਾ ਲਗਾਇਆ ਹੈ, ਇਹਦੇ ਵਿੱਚ ਸਾਰੇ ਹੀ ਅਰਜੀ ਨਵੀਸ਼, ਲੰਬੜਦਾਰ, ਸਟਾਮ ਫਰੋਸ਼, ਪ੍ਰਾਪਰਟੀ ਡੀਲਰ, ਕਲੋਨਾਈਜ਼ਰ ਤੇ ਨਾਲ ਹੁਣ ਸਾਡੇ ਨਾਲ ਲਾਲ ਝੰਡਾ ਪਿੰਡੂ ਚੌਕੀਦਾਰ ਯੂਨੀਅਨ ਵਾਲੇ ਵੀ ਸਾਨੂੰ ਸਪੋਰਟ ਕਰ ਰਹੇ ਨੇ। ਸੋ ਸਾਡੀ ਸਰਕਾਰ ਅੱਗੇ ਇਹੀ ਮੰਗ ਹੈ ਕਿ ਜੋ ਸਰਕਾਰ ਨੇ ਇਹ NOC ਵਾਸਤੇ ਗਲਤ ਨੀਤੀ ਬਣਾਈ ਹੈ ਇਹਨੂੰ ਰੱਦ ਕੀਤਾ ਜਾਵੇ। ਜਿੱਦਾਂ ਪਹਿਲਾਂ ਕਲੋਨੀਆਂ ਦੀਆਂ ਅਨਅਧਿਕਾਰਤ ਜਾਂ ਅਪਰੂਵਡ ਕਲੋਨੀਆਂ ਸੀ, ਜਿੱਦਾਂ ਪਹਿਲਾਂ ਰਜਿਸਟਰੀਆਂ ਹੁੰਦੀਆਂ ਸੀ, ਉਸੇ ਹੀ ਤਰ੍ਹਾਂ ਰਜਿਸਟਰੀਆਂ ਦਾ ਕੰਮ ਸੁਚਾਰੂ ਢੰਗ ਨਾਲ ਚਾਲੂ ਕੀਤਾ ਜਾਵੇ। ਤੇ ਦੂਜੀ ਸਭ ਤੋਂ ਵੱਡੀ ਦਿੱਕਤ ਇਹ ਆ ਰਹੀ ਹੈ ਜਿਹੜੇ ਸਟਾਮ ਫਰੋਸ਼ ਹੈ, ਜਿੱਦਾਂ ਸ਼ਨੀਵਾਰ ਐਤਵਾਰ ਅਸੀਂ ਕੋਈ ਸੌਦਾ ਕਰਾਉਂਦੇ ਸੀ ਉਹਦਾ ਬਿਆਨਾ ਲਿਖਾ ਦਿੰਦੇ ਸੀ, ਅਸੀਂ ਸਟਾਮ ਫਰੋਸ਼ ਦੇ ਘਰੋਂ ਜਾ ਕੇ ਸਟਾਮ ਲੈ ਆਉਂਦੇ ਸੀ। ਪਰ ਹੁਣ ਸਵੇਰੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 9 ਤੋਂ 5 ਵਜੇ ਤੱਕ ਸਟਾਮ ਮਿਲਦਾ ਹੈ, ਉਹਦਾ ਵੀ ਸਰਵਰ ਡਾਊਨ ਹੁੰਦਾ ਹੈ। ਇੱਕ ਜੇ 50 ਰੁਪਏ ਦਾ ਸਟਾਮ ਅਸੀਂ ਲੈਣਾ ਹੁੰਦਾ ਹੈ ਤਾਂ ਸਾਨੂੰ ਉਹਦੇ 2-2 ਘੰਟੇ ਉੱਥੇ ਖੜ੍ਹ ਕੇ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਲਈ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਇੱਕ ਤਾਂ ਇਹ ਜਿਹੜਾ ਈ ਸਟੈਂਪਿੰਗ ਵਾਲਾ ਸਿਸਟਮ ਹੈ ਇਹਨੂੰ ਬੰਦ ਕੀਤਾ ਜਾਵੇ ਅਤੇ ਦੂਸਰੀ ਕਲੋਨੀਆਂ ਦੇ ਪਲਾਟਾਂ ਦੀ ਕੋਈ ਵਧੀਆ ਪਾਲਿਸੀ ਬਣਾ ਕੇ ਪੇਸ਼ ਕੀਤੀ ਜਾਵੇ ਤਾਂ ਜੋ ਨਾ ਹੀ ਸਰਕਾਰ ਨੂੰ ਕੋਈ ਪਰੇਸ਼ਾਨੀ ਆਵੇ ਅਤੇ ਨਾ ਹੀ ਲੋਕਾਂ ਨੂੰ ਕੋਈ ਪਰੇਸ਼ਾਨੀ ਆਵੇ, ਤੇ ਨਾਲ ਹੀ ਸਾਡਾ ਡੀਲਰਾਂ ਦਾ, ਅਰਜੀ ਨਵੀਸ਼ਾਂ ਦਾ ਤੇ ਸਟਾਮ ਫਰੋਸ਼ਾਂ ਦਾ ਰੁਜ਼ਗਾਰ ਚੱਲਦਾ ਰਹੇ। ਧੰਨਵਾਦ ਜੀ। ਮੈਂ ਮੀਡੀਆ ਦੇ ਜ਼ਰੀਏ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਪ੍ਰੋਪਰਟੀ ਨਾਲ ਸੰਬੰਧਿਤ ਜਮਾਤ ਆ ਇਹ ਸਭ ਤੋਂ ਵੱਧ ਜਿਹੜਾ ਰੈਵਨਿਊ ਹੈ ਸਰਕਾਰ ਨੂੰ ਦਿੰਦੀ ਆ। ਸਰਕਾਰਾਂ ਜਿੰਨੀਆਂ ਬਣਦੀਆਂ ਨੇ ਕਿਉਂ ਨਹੀਂ ਕੋਈ ਇਹੋ ਜਿਹੀ ਪਾਲਿਸੀ ਬਣਾਉਂਦੀਆਂ ਜਿਹਦੇ ਨਾਲ ਕਿ ਜਿਹੜੀ ਇਹ ਵਿਧੀ ਆ ਇਹਨੂੰ ਆਸਾਨ ਕੀਤਾ ਜਾਵੇ। ਚਾਹੇ ਉਹ NOC ਦੀ ਪ੍ਰੋਬਲਮ ਆ, ਤੁਸੀਂ ਦੇਖੋ ਹੁਣ ਜਿੱਥੇ ਮਾਛੀਵਾੜੇ ਵਰਗਾ ਸ਼ਹਿਰ ਆ, ਇਹਨਾਂ ਦੇ ਇੱਕ ਬਣਾਇਆ ਵੀ ਜਿਹੜੀ ਵੀ ਅਪਰੂਵਡ ਕਲੋਨੀ ਆ ਉਹਦੀ NOC ਮਿਲੂਗੀ। ਪਹਿਲਾਂ ਕੀ ਸੀ, ਜਿਹੜੀ ਅਨਅਪਰੂਵਡ ਕਲੋਨੀ ਵਿੱਚ ਕੋਈ ਪਲਾਟ ਵੇਚਦਾ ਸੀਗਾ ਉਹਦੀ ਇੱਕ ਨਿਰਧਾਰਤ ਫੀਸ ਸੀਗੀ 2000 ਰੁਪਏ 2200 ਰੁਪਏ ਮਰਲਾ, ਕਿੰਨੀ ਵੀ ਸੀ ਉਹਦਾ ਮੈਨੂੰ ਪੱਕਾ ਨਹੀਂ ਪਤਾ। ਉਹ ਭਰਾ ਕੇ ਅਗਲਾ ਪਲਾਟ ਰੈਗੂਲਰ ਕਰਾ ਕੇ ਆਪਣੀ ਰਜਿਸਟਰੀ ਕਰਵਾਉਂਦਾ ਸੀ ਤੇ ਆਪਣੇ ਜਿਹੜੇ ਕਾਰਜ ਲਈ ਉਹਨਾਂ ਨੇ ਪਲਾਟ ਵੇਚਿਆ ਹੁੰਦਾ ਸੀਗਾ ਉਹ ਆਪਣਾ ਕਾਰਜ ਪੂਰਾ ਕਰਦਾ ਸੀਗਾ। ਸੋ ਮੇਰੀ ਸਰਕਾਰ ਅੱਗੇ ਬੇਨਤੀ ਹੈ, ਇੱਥੇ ਜਿਹੜਾ ਧਰਨਾ ਲਗਾਇਆ ਉਹ ਕਿਸੇ ਪਾਰਟੀਕੂਲਰ ਸਰਕਾਰ ਵੱਲੋਂ ਨਹੀਂ, ਸਾਰੀਆਂ ਪਾਰਟੀਆਂ ਦੇ ਨੁਮਾਇੰਦੇ, ਸਮਾਜ ਦੇ ਜਿਹੜੇ ਵਿਅਕਤੀ ਆ ਉਹ ਸਾਰੇ ਇਕੱਠੇ ਹੋਏ ਆ, ਹਰ ਸੰਸਥਾ ਦਾ ਬੰਦਾ ਇੱਥੇ ਆਇਆ ਆ। ਉਹਨਾਂ ਦਾ ਇੱਕੋ ਇੱਕ ਇਹ ਮੋਟਿਵ ਆ ਵੀ ਜਿਹੜੀ ਇਹ ਵਿਧੀ ਆ NOC ਜਾਰੀ ਕਰਨ ਦੀ ਜਾਂ ਸਟਾਮ ਵਾਲੀ, ਜਿਵੇਂ ਮੇਰੇ ਤੋਂ ਪਹਿਲਾਂ ਲక్ష్ਮੀ ਨਾਰਾਇਣ ਜੀ ਨੇ ਦੱਸਿਆ ਵੀ ਇਹਨੂੰ ਆਸਾਨ ਕੀਤਾ ਜਾਵੇ ਤਾਂ ਕਿ ਜਿਹੜੇ ਲੋਕਾਂ ਦੇ ਕੰਮ ਆ ਕਚਹਿਰੀਆਂ 'ਚ ਆਸਾਨੀ ਨਾਲ ਹੋ ਸਕਣ, ਖੱਜਲ ਖੁਆਰ ਨਾ ਹੋ ਸਕਣ। ਜਿਵੇਂ ਈ ਸਟਾਮ ਦੀ ਗੱਲ ਕੀਤੀ ਆ, ਉਹਨਾਂ ਨੇ ਉਹਦੇ ਵਿੱਚ ਸਰਵਰ ਚੱਲਣਾ ਚਾਹੀਦਾ ਆ, ਇੰਟਰਨੈਟ ਚੱਲਣਾ ਚਾਹੀਦਾ ਆ। ਜਿਵੇਂ ਆਪਾਂ ਕੋਈ ਬਿਆਨਾ ਲਿਖਾਉਣਾ, ਐਗਰੀਮੈਂਟ ਲਿਖਾਉਣਾ ਆ ਤਾਂ ਉਹਦੀ ਵੀ ਬੜੀ ਦਿੱਕਤ ਆਊਗੀ। ਉਹ ਆਪਾਂ ਨੂੰ ਟਾਈਮ ਟੂ ਟਾਈਮ ਇਹ ਲਿਖਾਉਣਾ ਪਿਆ ਕਰੂਗਾ। ਜਿਵੇਂ ਆਪਾਂ ਕੋਈ ਸ਼ਨੀਵਾਰ ਆ ਗਿਆ ਜਾਂ ਸੰਡੇ ਆ ਗਿਆ, ਉਹ ਬੜੀ ਪ੍ਰੋਬਲਮ ਹੋਊਗੀ। ਇਸ ਕਰਕੇ ਇਸ ਨੂੰ ਵੀ ਜਿਹੜਾ ਬਿਆਨੇ ਦੀ ਜਿਵੇਂ 500,000 ਵਾਲੇ ਸਟਾਮ ਆ ਉਹ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰੱਖਣੇ ਚਾਹੀਦੇ ਆ ਸਰਕਾਰ ਨੂੰ। ਇਸ ਕਰਕੇ ਸਰਕਾਰ ਨੂੰ ਬੇਨਤੀ ਹੈ ਕਿ ਪ੍ਰਾਪਰਟੀ ਨਾਲ ਸੰਬੰਧਿਤ ਜਿੰਨੇ ਵੀ ਵਿਅਕਤੀਆਂ ਦੀਆਂ ਮੰਗਾਂ ਨੇ ਉਹਨੂੰ ਮੰਗ ਕੇ ਜਲਦੀ ਤੋਂ ਜਲਦੀ ਇਹਦਾ ਹੱਲ ਕੱਢਿਆ ਜਾਵੇ।